ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਲੈਕਚਰ ਹੈ ਮੈਂ ਉਸ ਵਿੱਚ ਪੰਜਾਬੀ ਵੀਰ ਰਸ ਕਾਵਿਧਾਰਾ ਦੇ ਕਵੀ ਅਗਰਾ ਜੀ ਦੇ ਨਾਲ ਜਾਣ ਪਛਾਣ ਅਤੇ ਉਹਨਾਂ ਦੀ ਲਿਖੀ ਹੋਈ ਵਾਰ ਹਕੀਕਤ ਰਾਏ ਦੀ ਜਿਹੜੀ ਉਹ ਵਿਆਖਿਆ ਪੇਸ਼ ਕਰਨ ਜਾ ਰਿਹਾ। ਕਵੀ ਅਗਰਾ ਮੱਧਕਾਲੀ ਪੰਜਾਬੀ ਵੀਰ ਰਸ ਕਾਵਿਧਾਰਾ ਦਾ ਇੱਕ ਪ੍ਰਮੁੱਖ ਕਵੀ ਹੋਇਆ ਹੈ। ਕਵੀ ਦੇ ਜਨਮ ਅਤੇ ਮੌਤ ਬਾਰੇ ਵਿਦਵਾਨਾਂ ਵਿੱਚ ਬਹੁਤ ਮਤਭੇਦ ਹੈ, ਕਿਉਂਕਿ ਕੋਈ ਵੀ ਲਿਖਤੀ ਰਿਕਾਰਡ ਜਿਹੜਾ ਹੈ ਉਹਨਾਂ ਦੇ ਜਨਮ ਜਾਂ ਮੌਤ ਦਾ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਇਹਨਾਂ ਦੀ ਜਿਹੜੀ ਜਨਮ ਔਰ ਮੌਤ ਉਹ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਕਈ ਵਿਦਵਾਨ ਇਹਨਾਂ ਦਾ ਨਾਂ ਅਗਰ ਸਿੰਘ ਦੱਸਦੇ ਹਨ। ਅਗਰਾ ਇਹਨਾਂ ਦਾ ਉਪਨਾਮ ਹੈ, ਗੋਤ ਹੈ, ਕੀ ਹੈ ਇਹ ਅਜੇ ਸਿੱਧ ਨਹੀਂ ਪੂਰੀ ਤਰੀਕੇ ਦੇ ਨਾਲ। ਔਰ ਜਿਵੇਂ ਕਿ ਪਹਿਲਾਂ ਕਿਹਾ ਕਿ ਅਗਰਾ ਜੀ ਦਾ ਜਿਹੜੀ ਇੱਕੋ ਇੱਕ ਰਚਨਾ ਵਾਰ ਹਕੀਕਤ ਰਾਏ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿਹੜੀ ਕਿ ਵਿਦਵਾਨਾਂ ਅਨੁਸਾਰ 1784 ਈਸਵੀ ਦੇ ਵਿੱਚ ਲਿਖੀ ਗਈ ਔਰ ਇਸ ਦੇ 212 ਬੰਦ ਹਨ ਕੁੱਲ, ਤੇ ਇਹ ਦਵਈਆ ਛੰਦ ਦੇ ਵਿੱਚ ਲਿਖੀ ਗਈ ਹੈ। ਕਈ ਵਿਦਵਾਨ ਇਸ ਨੂੰ ਦਵਈਆ ਛੰਦ ਦੇ ਵਿੱਚ ਲਿਖੀ ਹੋਣ ਕਰਕੇ ਕਿੱਸਾ ਵੀ ਆਖਦੇ ਹਨ, ਪਰ ਇਹ ਕਿੱਸਾ ਨਹੀਂ, ਵਾਰ ਹੀ ਹੈ ਹਕੀਕਤ ਰਾਏ ਜੀ ਦੀ। ਦਵਈਆ ਛੰਦ ਦੇ ਨਾਲ ਸਾਡੇ ਪੰਜਾਬੀ ਕਿੱਸਾ ਕਾਵਿ ਦੇ ਕਿੱਸੇ ਦੀ ਸ਼ੁਰੂਆਤ ਹੁੰਦੀ ਹੈ, ਜਿਹੜਾ ਦਮੋਦਰ ਦਾ ਲਿਖਿਆ ਹੋਇਆ ਮੱਧਕਾਲ ਦੇ ਵਿੱਚ, ਗੁਰੂ ਨਾਨਕ ਕਾਲ ਦੇ ਵਿੱਚ ਸਾਨੂੰ ਦੇਖਣ ਪੜ੍ਹਨ ਨੂੰ ਮਿਲਦਾ। ਔਰ ਮੌਲਾ ਬਖਸ਼ ਕੁਸ਼ਤਾ ਅਨੁਸਾਰ ਇਹ ਲਾਹੌਰ ਦਾ ਰਹਿਣ ਵਾਲਾ ਸੀ। ਅਗਰਾ ਜੀ ਜਿੱਥੇ ਭਗਵਾਨ ਰਾਮਚੰਦਰ ਜੀ ਦੇ ਉਪਾਸਕ ਸਨ, ਪੁਜਾਰੀ ਸਨ, ਉਹਨਾਂ ਨੂੰ ਮੰਨਦੇ ਸਨ, ਉੱਥੇ ਗੁਰੂ ਨਾਨਕ ਦੇਵ ਜੀ ਦੇ ਵੀ ਅਤੁੱਟ ਪ੍ਰੇਮੀ ਹਨ। ਸੋ ਇਹਨਾਂ ਦੀ ਜਿਹੜੀ ਇਹ ਭਾਸ਼ਾ ਹਕੀਕਤ ਰਾਏ ਦੀ ਵਾਰ ਬਹੁਤ ਹੀ ਸਰਲ ਠੇਠ ਪੰਜਾਬੀ ਹੈ। ਇਸ ਦੇ ਵਿੱਚ ਕਿੱਥੇ ਕਿੱਥੇ ਸਾਨੂੰ ਹਿੰਦੀ ਦੇ ਸ਼ਬਦਾਂ ਦਾ ਵੀ ਰਲਾ ਮਿਲਦਾ ਹੈ। ਜਿਹੜੀ ਇਹ ਹਕੀਕਤ ਰਾਏ ਦੀ ਵਾਰ ਹੈ, ਜਦੋਂ ਅਸੀਂ ਇਸ ਵਾਰ ਨੂੰ ਪੜ੍ਹਦੇ ਹਾਂ ਕਿ ਹਕੀਕਤ ਰਾਏ ਜਿਹੜਾ ਹੈ ਉਹ ਉਸ ਵੇਲੇ ਜਿਹੜਾ ਸਿੱਖਿਆ ਦਾ ਕੇਂਦਰ ਹੁੰਦੀ ਸੀ ਮਸਜਿਦ ਹੋਇਆ ਕਰਦੀ ਸੀ। ਮਸਜਿਦ, ਕਿਉਂਕਿ ਇਸਲਾਮ ਧਰਮ ਜਿਹੜਾ ਹੈ ਉਹ ਸਿਖਰਾਂ ਤੇ ਸੀ, ਉਸ ਦੀ ਚੜ੍ਹਤ ਸੀ, ਜ਼ੋਰਾਂ ਤੇ ਸੀ, ਮੰਨੀ ਜਾਂਦੀ ਸੀਗੀ। ਔਰ ਜਿਹੜਾ ਹਕੀਕਤ ਰਾਏ ਉਹ ਮੁਸਲਮਾਨਾਂ ਦੇ ਮੁੰਡਿਆਂ ਦੇ ਨਾਲ ਮਸਜਿਦ ਦੇ ਵਿੱਚ ਪੜ੍ਹਿਆ ਕਰਦਾ ਸੀ। ਇੱਕ ਦਿਨ ਮਸਜਿਦ ਦੇ ਵਿੱਚ ਮੁਸਲਮਾਨਾਂ ਦੇ ਮੁੰਡਿਆਂ ਦੇ ਨਾਲ ਉਸ ਦੀ ਜਿਹੜੀ ਲੜਾਈ ਹੋ ਜਾਂਦੀ ਹੈ। ਲੜਾਈ ਦਾ ਕਾਰਨ ਸੀ ਕਿ ਮੁਸਲਮਾਨਾਂ ਦੇ ਮੁੰਡਿਆਂ ਨੇ ਆਦ ਮਾਤਾ ਭਵਾਨੀ ਜੀ ਦੇ ਬਾਰੇ ਕੁਝ ਅਪਸ਼ਬਦ ਕਹੇ, ਜਿਸ ਦੇ ਮੋੜਵੇਂ ਜਵਾਬ ਦੇ ਵਿੱਚ ਹਕੀਕਤ ਰਾਏ ਜੀ ਨੇ ਵੀ ਪੈਗੰਬਰ ਜਾਦੀ ਬੀਬੀ ਫਾਤਿਮਾ ਬਾਰੇ ਕੁਝ ਸ਼ਬਦ ਉਹਨਾਂ ਨੂੰ ਮੋੜਵੇਂ ਸੁਣਾ ਦਿੱਤੇ। ਇਸੇ ਗੱਲ ਦਾ ਜਿਹੜਾ ਝਗੜਾ ਇਤਨਾ ਵੱਧ ਗਿਆ ਕਿ ਦੋਵੇਂ ਪਾਸੇ ਦੇ ਵਿਦਿਆਰਥੀਆਂ ਦੇ ਵਿੱਚ, ਇੱਕ ਪਾਸੇ ਹਕੀਕਤ ਰਾਏ ਜੀ, ਦੂਸਰੇ ਪਾਸੇ ਮੁਸਲਮਾਨਾਂ ਦੇ ਮੁੰਡੇ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਲੜਾਈ ਹੋ ਜਾਂਦੀ ਹੈ। ਔਰ ਲੜਾਈ ਜਦੋਂ ਹੁੰਦੀ ਹੈ ਤਾਂ ਵਿੱਚ ਹੀ ਜਿਹੜਾ ਮੌਲਵੀ ਹੈ ਉਹਨਾਂ ਦਾ, ਉਹ ਪੜ੍ਹਾਉਣ ਵਾਲਾ ਆ ਜਾਂਦਾ। ਮੁਸਲਮਾਨਾਂ ਦੇ ਮੁੰਡੇ ਉਹਨਾਂ ਦੀ ਸ਼ਿਕਾਇਤ ਕਰਦੇ ਨੇ, ਸ਼ਿਕਾਇਤ ਸੁਣੀ ਵੀ ਜਾਂਦੀ ਹੈ ਉਹਨਾਂ ਦੀ, ਕਿਉਂਕਿ ਉਹ ਬਹੁ ਗਿਣਤੀ ਦੇ ਵਿੱਚ ਸਨ ਤੇ ਇਸਲਾਮ ਧਰਮ ਦੀ ਚੜ੍ਹਤ ਵੀ ਸੀਗੀ। ਔਰ ਹਕੀਕਤ ਰਾਏ ਜੀ ਦੀ ਕੋਈ ਵੀ ਗੱਲ ਜਿਹੜੀ ਉਹ ਸੁਣੀ ਨਹੀਂ ਜਾਂਦੀ। ਲੜਾਈ ਦਾ ਦੋਵੇਂ ਪਾਸਿਓਂ ਵਿਸਥਾਰ ਦੱਸਿਆ ਜਾਂਦਾ।
ਮੁੰਡੇ ਸ਼ਿਕਾਇਤ ਕਰਦੇ ਆ ਮੁਸਲਮਾਨਾਂ ਦੇ ਕਿ ਇਸਨੇ ਪੈਗੰਬਰ ਜਾਦੀ ਬਾਰੇ ਅਪਸ਼ਬਦ ਬੋਲੇ ਨੇ। ਉਧਰ ਹਕੀਕਤ ਰਾਏ ਜੀ ਵੀ ਆਪਣੀ ਸਫਾਈ ਪੇਸ਼ ਕਰਦਾ, ਆਖਦਾ ਕਿ ਇਹ ਜਿਹੜੇ ਹੈ ਆਦ ਮਾਤਾ ਭਵਾਨੀ ਜੀ ਬਾਰੇ ਇਹਨਾਂ ਨੇ ਅਪਸ਼ਬਦ ਬੋਲੇ ਨੇ। ਪਹਿਲਾਂ ਸ਼ੁਰੂਆਤ ਇਹਨਾਂ ਨੇ ਕੀਤੀ ਹੈ, ਉਸ ਤੋਂ ਉਪਰੰਤ ਮੈਂ ਜਿਹੜੇ ਆਪਣੇ ਅਪਸ਼ਬਦ ਕਹੇ ਨੇ ਬੀਬੀ ਫਾਤਮਾ ਜੀ ਬਾਰੇ, ਉਹ ਬਾਅਦ ਦੀ ਗੱਲ ਹੈ। ਪਹਿਲ ਜਿਹੜੀ ਹੈ ਲੜਾਈ ਦੀ ਛੇੜ ਇਹਨਾਂ ਨੇ ਕੀਤੀ ਹੈ। ਗੱਲ ਇੱਥੋਂ ਤੱਕ ਪਹੁੰਚਦੀ ਹੈ ਕਿ ਅਖੀਰ ਤੱਕ ਫਿਰ ਵਾਰੀ ਆਂਦੀ ਹੈ ਕਿ ਹਕੀਕਤ ਰਾਏ ਨੂੰ ਉਸਦਾ ਆਪਣਾ ਧਰਮ ਛੱਡਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਹਕੀਕਤ ਰਾਏ ਜੀ ਜਿਹੜੇ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਆਪਣੇ ਧਰਮ ਨੂੰ ਛੱਡਣ ਦੇ ਲਈ ਰਾਜ਼ੀ ਨਹੀਂ ਹੁੰਦੇ, ਔਰ ਜਦੋਂ ਛੱਡਣ ਨੂੰ ਰਾਜ਼ੀ ਨਹੀਂ ਹੁੰਦੇ, ਉਹਦੀ ਮਾਂ, ਉਹਦੀ ਘਰਵਾਲੀ ਜਿਹੜੀ ਹੈ ਮਿਹਨਤਾਂ ਕਰਦੀ ਹੈ ਦਰਬਾਰ ਦੇ ਵਿੱਚ, ਕਿਸੇ ਦੀ ਜਿਹੜੀ ਮਿਹਨਤ ਹੈ ਉਹ ਸਫਲ ਨਹੀਂ ਹੁੰਦੀ, ਤਾਂ ਅਖੀਰ ਦੇ ਵਿੱਚ ਉਸਨੂੰ ਜਿਹੜੀ ਸਜ਼ਾਏ ਮੌਤ ਸੁਣਾਈ ਜਾਂਦੀ ਹੈ। ਉਸ ਦੀ ਜਿਹੜੀ ਵਿਆਖਿਆ ਮੈਂ ਆਪ ਸਭ ਦੇ ਨਾਲ ਸਾਂਝੀ ਕਰਨ ਲੱਗਿਆ। ਕਹਿੰਦਾ ਇੱਕ ਦਿਨ ਧਰਮੀ ਪੜਨ ਗਿਆ, ਮੁਖ ਲਾਲੀ ਬਹੁਤ ਦਿਖਾਈ। ਇੱਕ ਦਿਨ ਧਰਮੀ ਪੜਨ ਗਿਆ, ਮੁਖ ਲਾਲੀ ਬਹੁਤ ਦਿਖਾਈ। ਕਿ ਜਦੋਂ ਹਕੀਕਤ ਰਾਏ ਜੀ ਨੂੰ ਪੜਨ ਵਾਸਤੇ ਜਦੋਂ ਮਸਜਿਦ ਦੇ ਵਿੱਚ ਜਾਂਦਾ ਹੈ, ਉਸ ਵੇਲੇ ਉਸਦੇ ਚਿਹਰੇ ਤੋਂ ਨੂਰ ਟਪਕਦਾ ਸੀ, ਮੁਖ ਚਿਹਰੇ ਲਾਲੀ ਬਹੁਤ ਦਿਖਾਈ। ਇਸ ਦਾ ਜਿਹੜਾ ਦੂਸਰਾ ਰੂਪ ਹੈ ਉਹ ਗੁੱਸੇ ਦੇ ਨਾਲ ਵੀ ਮੁਖ ਜਿਹੜਾ ਹੈ ਉਹ ਲਾਲ ਹੋ ਜਾਂਦਾ ਹੈ। ਉਂਝ ਵੀ ਬਾਹਰ ਹਕੀਕਤ ਰਾਏ ਬਹੁਤ ਖੂਬਸੂਰਤ ਜਿਹੜਾ ਨੌਜਵਾਨ ਸੀਗਾ। ਤੁਰਕਾਂ ਦੇ ਮੁੰਡੇ ਗਾਲੋ ਗਾਲੀ ਲੱਗੇ ਕਰਨ ਲੜਾਈ। ਤੁਰਕਾਂ ਦੇ ਜਿਹੜੇ ਉਸਦੇ ਨਾਲ ਮੁੰਡੇ ਪੜ੍ਹਦੇ ਸੀਗੇ, ਉਹ ਹਕੀਕਤ ਰਾਏ ਜੀ ਨੂੰ ਗਾਲਾਂ ਕੱਢਦੇ ਨੇ। ਜਦੋਂ ਉਹ ਗਾਲਾਂ ਕੱਢਦੇ ਨੇ ਤਾਂ ਹਕੀਕਤ ਰਾਏ ਵੀ ਉਹਨਾਂ ਨੂੰ ਵਾਪਸੀ ਜਵਾਬ ਮੋੜਵਾ ਦਿੰਦਾ। ਇਸ ਤਰੀਕੇ ਦੇ ਨਾਲ ਦੋਵਾਂ ਧਿਰਾਂ ਦੇ ਵਿੱਚ ਲੜਾਈ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਂਦੀ ਹੈ। ਇੰਟ ਟੀਮ ਪਾਉਂਦੀ ਦੋ ਪਾਸੋਂ, ਚੋਟ ਨਾ ਲੱਗੇ ਕਾਈ। ਕਹਿੰਦਾ ਇੰਟ ਟੀਮ ਪਾਉਂਦੀ ਦੋਹੇ ਤਰਫੋਂ, ਚੋਟ ਨਾ ਲੱਗੇ ਕਾਈ। ਇੰਟਾਂ ਟੀਮ ਕਹਿੰਦੇ ਨੇ ਪੱਥਰ ਡਲੇ ਜਿਹੜੇ ਦੂਸਰੇ ਪਾਸਿਓਂ ਤੋਂ ਵੱਜਣੇ ਸ਼ੁਰੂ ਹੋ ਜਾਂਦੇ ਨੇ, ਪਰ ਫਿਰ ਵੀ ਕਿਸੇ ਨੂੰ ਜਿਹੜੀ ਆ ਉਹਨਾਂ ਇੱਟਾਂ ਪੱਥਰਾਂ ਦੇ ਨਾਲ ਚੋਟ ਨਹੀਂ ਪਹੁੰਚਦੀ। ਕਹੋ ਜੀ ਜਿੱਤ ਵੇਲੇ ਸੀ ਮੁੱਲਾ ਆਇਆ, ਮੁੰਡਿਆਂ ਫਰਿਆਦ ਲਗਾਈ। ਜਦੋਂ ਜਿੱਤ ਹਾਰ ਦਾ ਫੈਸਲਾ ਹੋ ਜਾਂਦਾ, ਉਸੇ ਵੇਲੇ ਹੀ ਮੌਲਵੀ ਜੀ ਜਿਹੜੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਕਰਦੇ ਸੀ, ਉਹ ਮਸਜਿਦ ਦੇ ਵਿੱਚ ਪਹੁੰਚ ਜਾਂਦੇ ਨੇ, ਔਰ ਉਸ ਕੋਲੇ ਉਹ ਮੁਸਲਮਾਨਾਂ ਦੇ, ਤੁਰਕਾਂ ਦੇ ਮੁੰਡੇ ਫਰਿਆਦ ਬੇਨਤੀ ਕਰਦੇ ਨੇ ਔਰ ਸ਼ਿਕਾਇਤ ਕਰਦੇ ਨੇ ਹਕੀਕਤ ਰਾਏ ਜੀ ਦੀ, ਜੋ ਮੈਂ ਪਹਿਲਾਂ ਬਿਆਨ ਕੀਤੀ ਕਿ ਇਸ ਨੇ ਬੀਬੀ ਫਾਤਮਾ ਜੀ ਬਾਰੇ ਬਹੁਤ ਜਿਹੜੇ ਅਪਸ਼ਬਦ ਉਹ ਬੋਲੇ ਹਨ। ਮੁੰਡੇ ਆਖਣ ਮੁੱਲਾ ਨੂੰ, ਤੂੰ ਸੁਣ ਉਸਤਾਦ ਹਮਾਰੇ। ਜਿਹੜੇ ਤੁਰਕਾਂ ਦੇ ਮੁੰਡੇ ਨੇ, ਮੁਸਲਮਾਨਾਂ ਦੇ ਮੁੰਡੇ ਨੇ, ਉਹ ਆਪਣੇ ਉਸਤਾਦ, ਆਪਣੇ ਗੁਰੂ ਜੀ ਮੌਲਵੀ ਜੀ ਅੱਗੇ ਬੇਨਤੀ ਕਰਦੇ ਨੇ ਕਿ ਹੇ ਗੁਰੂ ਜੀ, ਤੁਸੀਂ ਸਾਡੇ ਗੁਰੂ ਹੋ, ਸਾਡੀ ਫਰਿਆਦ ਸੁਣੋ। ਕੀ ਫਰਿਆਦ ਸੁਣੋ? ਇਸ ਹਿੰਦੂ ਨੇ ਗੈਰ ਸਰਾਂ ਦੀ ਮੁਖ ਥੀ ਵਚਨ ਉਚਾਰੇ। ਕਹਿੰਦਾ ਇਹ ਜਿਹੜਾ ਹਿੰਦੂਆਂ ਦਾ ਮੁੰਡਾ ਹਕੀਕਤ ਰਾਏ, ਗੈਰ ਸ਼ਰਾਂ ਜਿਹੜਾ ਹੈ ਉਹ ਇਸਲਾਮ ਧਰਮ ਦੇ ਨਿਯਮਾਂ ਨੂੰ ਕਿਹਾ ਜਾਂਦਾ। ਇੱਕ ਮੁਸਲਮਾਨ ਦੀ ਜਿਹੜੀ ਪਛਾਣ ਹੁੰਦੀ ਹੈ ਜਦੋਂ ਸ਼ਰਾਂ ਦੇ ਨਿਯਮਾਂ ਨੂੰ ਮੰਨਦਾ ਹੈ। ਸਾਰੇ ਨਿਯਮ ਹਰ ਇੱਕ ਸੰਸਥਾ ਦੇ, ਹਰ ਇੱਕ ਸਮਾਜ ਦੇ, ਹਰ ਇੱਕ ਧਰਮ ਦੇ ਆਪੋ ਆਪਣੇ ਵੱਖਰੇ ਨਿਯਮ ਹੁੰਦੇ ਨੇ। ਉਹਨਾਂ ਨਿਯਮਾਂ ਸਦਕਾ ਹੀ ਉਸਦੀ ਪਛਾਣ ਹੁੰਦੀ ਹੈ। ਉਹੀ ਨਿਯਮ ਉਸਨੂੰ ਸ਼ਰਾਂ ਅਸੀਂ ਆਖਦੇ। ਇਸਲਾਮ ਧਰਮ ਦੇ ਜਿਹੜੇ ਨਿਯਮ ਨੇ, ਜਿਵੇਂ 5 ਵਕਤ ਨਮਾਜ਼ ਪੜ੍ਹਨੀ, ਰੋਜ਼ੇ ਰੱਖਣੇ, ਇਹ ਸਾਰੇ ਦੇ ਸਾਰੇ ਸ਼ਰਾਂ ਦੇ ਪਾਬੰਦੀਆਂ ਨੇ, ਨਿਯਮ ਨੇ। ਕਿਸੇ ਵੀ ਮੁਸਲਮਾਨ ਨੂੰ ਆਪਣੇ ਸ਼ਰਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ। ਕਹਿੰਦਾ ਇਹ ਜਿਹੜਾ ਹਿੰਦੂ ਹੈ ਗੈਰ ਸ਼ਰਾਂ, ਭਾਵੇਂ ਕਾਫਰ ਨੇ, ਆਪਣੇ ਮੁਖ ਤੋਂ ਜਿਹੜੇ ਆ ਮਾੜੇ ਬੋਲ ਜਿਹੜੇ ਉਹ ਬੀਬੀ ਫਾਤਮਾ ਬਾਰੇ ਬੋਲਣੇ ਸ਼ੁਰੂ ਕੀਤੇ ਨੇ। ਪੈਗੰਬਰ ਜਾਦੀ ਨੂੰ ਕੱਢੇ ਗਾਲੀਆਂ, ਨਾਲ ਜ਼ੁਬਾਨ ਪੁਕਾਰੇ। ਇਸਨੇ ਆਪਣੀ ਜ਼ੁਬਾਨ ਤੋਂ, ਮਾੜੀ ਜ਼ੁਬਾਨ ਤੋਂ, ਭੈੜੀ ਜ਼ੁਬਾਨ ਤੋਂ, ਗੈਰ ਸ਼ਰਾਂ ਨੇ, ਕਾਫਰ ਨੇ, ਪੈਗੰਬਰ ਜਾਦੀ ਬੀਬੀ ਫਾਤਮਾ ਬਾਰੇ ਅਪਸ਼ਬਦ ਬੋਲੇ ਨੇ, ਔਰ ਉਸ ਆਪਣੀ ਜ਼ਬਾਨ, ਮੰਦੀ ਜ਼ਬਾਨ ਤੋਂ ਉਸ ਦਾ ਨਾਮ ਜਿਹੜਾ ਹੈ ਪੁਕਾਰਿਆ ਹੈ। ਇੱਕ ਉਹਨਾਂ ਵੱਲ ਸਾਹਿਬ ਸੀ,
ਉਹ ਬੋਲੇ ਕੂੜ ਪਸਾਰੇ। ਕਹਿੰਦਾ ਇੱਕ ਉਹਨਾਂ ਵੱਲ ਸਾਹਿਬ ਸੀ। ਕੌਣ ਸਾਹਿਬ ਸੀ? ਇਹ ਜਿਹੜੇ ਮੁਸਲਮਾਨਾਂ ਦੇ ਮੁੰਡੇ ਸਨ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਇਸਲਾਮ ਧਰਮ ਦੀ ਚੜ੍ਹਤ ਸੀ, ਚੜ੍ਹਾਈ ਸੀਗੀ, ਔਰ ਕੱਲੇ ਹਕੀਕਤ ਰਾਏ ਦੀ ਜਿਹੜੀ ਗੱਲ ਹੈ ਉਹ ਨਹੀਂ ਸੁਣੀ ਗਈ। ਔਰ ਇਹ ਮੁੰਡੇ ਜਿਹੜੇ ਆ, ਇੱਕ ਪਾਸੇ ਉਹਨਾਂ ਦੇ ਨਾਲ ਮੁੱਲਾ, ਦੂਸਰੇ ਪਾਸੇ ਸਰਕਾਰ, ਔਰ ਇਹ ਸਾਰੇ ਵੱਧ ਚੜ ਕੇ ਝੂਠ ਬੋਲ ਬੋਲ ਕਰਕੇ ਹਕੀਕਤ ਰਾਏ ਜੀ ਦੀ ਸ਼ਿਕਾਇਤ ਜਿਹੜੇ ਆ ਉਹ ਕਰਦੇ ਹਨ। ਮੁੱਲਾ ਗੋਸੇ ਹੋਏ ਕਿ ਤਲਬ ਜੋ ਕੀਤੀ ਹਕੀਕਤ ਰਾਏ ਦੇ ਤਾਈ। ਤਲਬ ਕਰਨਾ ਦਰਿਆਫਤ ਕਰਨਾ ਹੁੰਦਾ ਕਿ ਕੋਲ ਬੁਲਾ ਲੈਣਾ, ਤਲਬ ਕਰ ਲੈਣਾ, ਪਾਸ ਆਪਣੇ ਅਧੀਨ ਕਰ ਲੈਣਾ, ਆਪਣੇ ਅਧੀਨ ਕਰ ਲੈਣਾ। ਮੁੱਲਾ ਜਦੋਂ ਉਹਨਾਂ ਬੱਚਿਆਂ ਦੇ ਮੂੰਹੋਂ, ਮੁਸਲਮਾਨਾਂ ਦੇ ਮੂੰਹੋਂ, ਤੁਰਕਾਂ ਦੇ ਮੂੰਹੋਂ ਸ਼ਿਕਾਇਤ ਸੁਣਦਾ ਹਕੀਕਤ ਰਾਏ ਦੀ, ਤਾਂ ਗੁੱਸੇ ਦੇ ਵਿੱਚ ਆ ਜਾਂਦਾ ਹੈ, ਔਰ ਗੁੱਸੇ ਦੇ ਵਿੱਚ ਆ ਕਰਕੇ ਹਕੀਕਤ ਰਾਏ ਨੂੰ ਤਲਬ ਕਰ ਲੈਂਦਾ, ਆਪਣੇ ਅਧੀਨ ਬੁਲਾ ਲੈਂਦਾ ਹੈ। ਸੱਚੋ ਸੱਚ ਤੂੰ ਆਖ ਹਕੀਕਤ, ਮੈਨੂੰ ਝੂਠ ਨਾ ਵਿੱਚ ਰਲਾਈ। ਕਹਿੰਦਾ ਹਕੀਕਤ ਰਾਏ ਜੀ, ਮੈਨੂੰ ਜਿਹੜੀ ਸਾਰੀ ਗੱਲ ਹੈ ਉਹ ਸੱਚ ਬਿਆਨ ਕਰਦੇ, ਬਿਲਕੁਲ ਵੀ ਝੂਠ ਮਿਲਾਉਣ ਦੀ ਜ਼ਰੂਰਤ ਨਹੀਂ ਹੈ। ਕਹੇ ਝੂਠ ਤਾਂ ਮੇਰੇ ਅੱਗੇ ਤੁਧ ਨੂੰ ਚਾਈ ਮਰਾਈ। ਜੇ ਤੂੰ ਮੇਰੇ ਅੱਗੇ ਬਿਲਕੁਲ ਝੂਠ ਬੋਲਿਆ, ਮੈਂ ਤੈਨੂੰ ਇੱਥੇ ਹੀ ਮਰਵਾ ਦੇਵਾਂਗਾ। ਤੈਨੂੰ ਪੌਣ ਸ਼ਮਕਾਂ ਕਾੜ ਕਾੜ, ਤੂੰ ਲੈਸੋ ਬਹੁਤ ਸਜਾਈ। ਕਾੜ ਕਾੜ, ਛਮਕਾਂ, ਛਮਕ ਹੁੰਦੀ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਚਮੜੇ ਦੀ ਜਿਹੜੀ ਹੁੰਦੀ ਹੈ ਇੱਕ ਕੋਰੜੇ ਦੀ ਤਰ੍ਹਾਂ, ਜਿਹਨੂੰ ਕੋਰੜਾ ਕਹਿੰਦੇ, ਛਮਕ ਹੁੰਦੀ ਹੈ ਬਿਲਕੁਲ ਪਤਲੀ ਜਿਹੜੀ ਚਮੜੇ ਦੀ ਡੋਰ ਇੱਕ ਸੋਟੀ ਦੇ ਨਾਲ ਬੰਨੀ ਹੁੰਦੀ ਹੈ। ਜਦੋਂ ਅਸੀਂ ਬਲਦਾਂ ਨੂੰ ਹੱਕਿਆ ਕਰਦੇ ਸੀ ਖੇਤ ਜੋੜੇ, ਤਾਂ ਇੱਕ ਸੋਟੀ ਦੇ ਨਾਲ ਜਿਹੜੇ ਬੰਨੇ ਹੁੰਦੇ, ਉਹ ਛਮਕਾਂ ਦੀ ਮਾਰ ਜਿਹੜੀ ਹੈ। ਕਹਿੰਦੇ ਤੈਨੂੰ ਕਾੜ ਕਾੜ ਜਿਹੜੀਆਂ ਛਮਕਾਂ ਪੈਣਗੀਆਂ, ਭਾਵ ਤੈਨੂੰ ਬਹੁਤ ਕਠੋਰ ਤੋਂ ਕਠੋਰ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇਗੀ। ਮੁੱਲਾ ਜੀ ਪਹਿਲਾਂ ਮੁੰਡਿਆਂ ਕੱਢੀਆਂ ਗਾਲੀ ਆਦ ਭਵਾਨੀ ਤਾਈ। ਕਹਿੰਦਾ ਹੇ ਮੁੱਲਾ ਜੀ, ਮੌਲਵੀ ਜੀ, ਮੇਰੀ ਬੇਨਤੀ ਹੈ, ਆਪ ਨੂੰ ਫਰਿਆਦ ਹੈ। ਹਕੀਕਤ ਰਾਏ ਜੀ ਅੱਗੋਂ ਜਵਾਬ ਦਿੰਦੇ ਨੇ। ਕਹਿੰਦਾ ਇਹਨਾਂ ਨੇ ਪਹਿਲਾਂ, ਮੈਂ ਪਹਿਲ ਨਹੀਂ ਕੀਤੀ, ਸਗੋਂ ਇਹਨਾਂ ਨੇ ਸਾਡੀ ਆਦ ਭਵਾਨੀ ਦੇਵੀ ਤਾਈ ਬਹੁਤ ਮੰਦਾ ਬੋਲਣਾ ਜਿਹੜਾ ਹੈ ਸ਼ੁਰੂ ਕੀਤਾ, ਉਹਨੂੰ ਗਾਲਾਂ ਕੱਢੀਆਂ। ਜਿਸ ਨੂੰ ਰਾਜੇ ਤੇ ਸੁਲਤਾਨ ਸੇਮ ਦੇ ਚੌਖੁੱਟਾਂ ਦੇ ਸਾਈਂ, ਭਾਵ ਉਸ ਆਦ ਭਵਾਨੀ ਨੂੰ ਮੰਦਾ ਬੋਲਿਆ, ਉਸ ਨੂੰ ਗਾਲਾਂ ਕੱਢੀਆਂ, ਜਿਸ ਨੂੰ ਚਾਰੇ ਕੁੰਟਾਂ ਦੇ, ਚਾਰੋਂ ਦਿਸ਼ਾਵਾਂ ਦੇ ਰਾਜੇ, ਸੁਲਤਾਨ, ਬੜੇ ਬੜੇ ਲੋਕ ਜਿਹੜੇ ਹੈ ਉਹ ਜਿਸ ਦੀ ਪੂਜਾ ਕਰਦੇ ਹਨ, ਉਸ ਨੂੰ ਇਹਨਾਂ ਨੇ ਮੰਦਾ ਬੋਲਿਆ ਹੈ। ਹਿੰਦੂ ਮੁਸਲਮਾਨ ਸੇਮ ਦੇ ਮੰਨਣ ਕੁੱਲ ਅਰਾਈ। ਅਰਾਈ ਵੀ ਇੱਕ ਜਾਤ ਹੁੰਦੀ ਹੈ ਜਿਹੜੀ ਕਿ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਔਰ ਕੁੱਲ ਦੁਨੀਆ ਦੇ ਜਿਹੜੇ ਅਰਾਈ ਨੇ ਉਹ ਵੀ ਇਸ ਦੀ ਪੂਜਾ ਕਰਦੇ ਹਨ। ਮੈਂ ਪਿੱਛੋਂ ਸੁਖਨ ਬਰਾਬਰ ਕੀਤਾ, ਪਹਿਲੋਂ ਕਿਹਾ ਨਹੀਂ। ਸੁਖਨ ਕਹਿੰਦੇ ਨੇ ਜਿਹੜਾ ਵਚਨ ਵਿਲਾਸ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸੁਖਨ ਬੋਲੇ, ਵਚਨ ਬੋਲੇ ਜ਼ਬਾਨੋਂ, ਉਸੇ ਤਰੀਕੇ ਦੇ ਨਾਲ ਮੋੜਮਾ ਜਵਾਬ ਫਿਰ ਮੈਂ ਬਾਅਦ ਦੇ ਵਿੱਚ ਕਿਹਾ ਹੈ, ਭਾਵ ਪਹਿਲ ਜਿਹੜੀ ਹੈ ਉਹ ਇਹਨਾਂ ਨੇ ਹੀ ਕੀਤੀ ਸੀ। ਹਕੀਕਤ ਰਾਏ ਨੂੰ ਕੈਦ ਕੀਤੋ ਨੇ ਪੰਡਤ ਖਾਨੇ ਪਾਇਆ। ਕਿਆ ਕੀਤਾ ਫਿਰ ਮੌਲਵੀ ਜੀ ਨੇ, ਉਸਤਾਦ ਜੀ ਨੇ ਹਕੀਕਤ ਰਾਏ ਜੀ ਨੂੰ ਕੈਦ ਕਰਵਾ ਕਰਕੇ ਪੰਡਤਾਂ ਦੇ, ਜਿਹੜਾ ਹਿੰਦੂਆਂ ਦਾ ਕੈਦਖਾਨਾ ਸੀ, ਉਸ ਦੇ ਵਿੱਚ ਬੰਦ ਕਰਵਾ ਦਿੱਤਾ। ਪੈਰੀ ਬੇੜੀਆਂ ਹੱਥ ਹੱਥ ਖੜੀਆਂ ਅੰਦਰ ਚਾਏ ਦਬਾਇਆ। ਉਸਦੇ ਪੈਰਾਂ ਦੇ ਵਿੱਚ ਬੇੜੀਆਂ ਪਵਾ ਦਿੱਤੀਆਂ, ਹੱਥਾਂ ਨੂੰ ਹੱਥ ਕੜੀਆਂ ਬਣਵਾ ਦਿੱਤੀਆਂ, ਔਰ ਜੇਲ੍ਹ ਖਾਨੇ ਦੇ ਅੰਦਰ ਡੱਕ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ। ਰੋਟੀ ਪਾਣੀ ਬੰਦ ਕੀਤੋ ਨੇ ਬੂਹੇ ਮੁਗਲ ਬਹਾਇਆ। ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ
ਕਿ ਇਸ ਦਾ ਜਿਹੜਾ ਰੋਟੀ ਪਾਣੀ ਹੈ ਬਿਲਕੁਲ ਬੰਦ ਹੈ। ਔਰ ਕੈਦਖਾਨੇ ਦੇ ਅੱਗੇ ਉਹਨਾਂ ਨੇ ਇੱਕ ਮੁਗਲ ਦੀ ਡਿਊਟੀ ਲਗਾ ਦਿੱਤੀ। ਕਹੋ ਜੀ ਹੋਣੀ ਵਰਤੀ ਅਵਤਾਰਾਂ ਨੂੰ, ਪਰ ਲੇਖ ਨਾ ਮਿਟੇ ਮਿਟਾਇਆ। ਕਹੋ ਜੀ ਹੋਣੀ ਵਰਤੀ ਅਵਤਾਰਾਂ ਨੂੰ, ਲੇਖ ਨਾ ਮਿਟੇ ਮਿਟਾਇਆ। ਇੱਥੇ ਸਾਡੇ ਜਿਹੜੀ ਕਰਮ ਫਿਲਾਸਫੀ ਦੀ ਗੱਲ ਹੈ, ਕਿਉਂਕਿ ਅਸੀਂ ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਕਰਮ ਵੀ ਸਾਡੇ ਜਿਹੜੇ ਹੈ, ਲੇਖ ਵੀ ਸਾਡੇ ਜਿਹੜੇ ਹੈ, ਉਹ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ। ਕਿਉਂਕਿ ਜਿਤਨੇ ਵੀ ਸਾਡੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਹੋਏ ਨੇ, ਕਿੱਥੇ ਨਾ ਕਿੱਥੇ ਕਿਸਮਤ ਦੀ ਮਾਰ ਜਿਹੜੀ ਆ ਉਹਨਾਂ ਨੂੰ ਵੀ ਚੱਲਣੀ ਪਈ ਹੈ। ਇਤਿਹਾਸ ਗਵਾਹ ਹੈ। ਭਾਵੇਂ ਅਸੀਂ ਭਗਵਾਨ ਰਾਮਚੰਦਰ ਜੀ ਦੀ ਗੱਲ ਕਰੀਏ, ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਕਰੀਏ, ਸਾਡੇ ਗੁਰੂ ਸਾਹਿਬਾਨਾਂ ਜੀ ਦੀ ਗੱਲ ਕਰੀਏ, ਕਿੱਥੇ ਨਾ ਕਿੱਥੇ ਹੋਣੀ ਦਾ ਜਿਹੜਾ ਕਿਸਮਤ ਦਾ ਜਿਹੜਾ ਲਿਖਿਆ ਹੈ ਕਹਿਰ ਦਾ ਸਾਹਮਣਾ ਉਹਨਾਂ ਨੂੰ ਵੀ ਜਿਹੜਾ ਉਹ ਕਰਨਾ ਪਿਆ। ਪਰ ਲੇਖ ਨਾ ਮਿਟੇ ਮਿਠਾਏ, ਜਿਹੜੇ ਲੇਖਾਂ ਦੇ ਵਿੱਚ ਉਸ ਪਰਮਾਤਮਾ ਨੇ ਲਿਖ ਦਿੱਤੀ ਹੈ, ਵਿਧੀ ਦਾ ਵਿਧਾਨ ਹੈ, ਉਹ ਅਟਲ ਰਹਿੰਦਾ ਹੈ। ਹੁਣ ਕੀ ਹੁੰਦਾ, ਉਹਨੂੰ ਨੂੰ ਹਕੀਕਤ ਰਾਏ ਜੀ ਨੂੰ ਕੈਦ ਕਰ ਦਿੱਤਾ ਗਿਆ, ਪਰਿਵਾਰ ਤੋਂ ਵਿਛੜ ਗਿਆ, ਇੱਕ ਜੇਲ੍ਹਖਾਨੇ ਦੇ ਵਿੱਚ ਪਤਨੀ ਜਿਹੜੀ ਵਿਆਹ ਕਰਵਾਇਆ ਜਿਸ ਦੇ ਨਾਲ, ਨਵਾਂ ਚੂੜਾ ਜਿਸ ਦਾ ਰੰਗਲਾ, ਅਜੇ ਬਹੁਤ ਦੇਰ ਵਿਆਹ ਨੂੰ ਵੀ ਨਹੀਂ ਸੀ ਹੋਈ, ਉਹ ਮਹਿਲਾਂ ਦੇ ਵਿੱਚ ਰੋਂਦੀ ਹੈ, ਕੂਕਦੀ ਹੈ। ਕਿਸ ਤਰੀਕੇ ਦੇ ਨਾਲ ਕਹਿੰਦਾ, ਵਿੱਚ ਮਹਿਲਾਂ ਦੇ ਰਾਣੀ ਰੋਂਦੀ, ਰੱਬ ਦਰ ਕਰ ਪੁਕਾਰੇ। ਮਹਿਲਾਂ ਦੇ ਵਿੱਚ ਹਕੀਕਤ ਰਾਏ ਜੀ ਦੀ ਪਤਨੀ ਜਿਹੜੀ ਆ ਉਹ ਰੋਂਦੀ ਹੈ, ਕੁਰਲਾਉਂਦੀ ਹੈ ਔਰ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੀ ਹੈ। ਚੂੜਾ ਭੰਨ ਕੇ ਕੱਪੜੇ ਪਾੜੇ, ਗਹਿਣੇ ਸ਼ਕਲ ਉਤਾਰੇ। ਆਪਣਾ ਜਿਹੜਾ ਹਾਰ ਸ਼ਿੰਗਾਰ ਹੈ, ਜਿਹੜੀ ਸੁਹਾਗ ਦੀਆਂ ਨਿਸ਼ਾਨੀਆਂ ਸੀਗੀਆਂ, ਉਹ ਰੰਗਲੇ ਚੂੜੇ ਨੂੰ ਵੀ ਭੰਨ ਦਿੰਦੀ ਹੈ। ਹੱਥਾਂ ਦੇ ਵਿੱਚ ਜਿਹੜਾ ਪਾਇਆ ਸੀ, ਕੱਪੜਿਆਂ ਨੂੰ ਜਿਹੜੀਆਂ ਪਾੜ ਦਿੰਦੀ ਹੈ। ਔਰ ਪਾੜਨ ਤੋਂ ਬਾਅਦ ਗਹਿਣੇ ਜਿਹੜੇ ਸਰੀਰ ਦੇ ਉੱਪਰ ਸਾਰੇ ਸੀਗੇ ਸਾਰਿਆਂ ਨੂੰ ਉਤਾਰ ਦਿੰਦੀ ਹੈ। ਭਾਵ ਉਦਾਸੀ ਦੇ ਵਿੱਚ ਆ ਜਾਂਦੀ ਹੈ, ਦੁੱਖ ਭਰੀ ਵੇਦਨਾ ਨੂੰ ਸਹਿਣਾ ਸ਼ੁਰੂ ਕਰ ਦਿੰਦੀ ਹੈ, ਰੋਂਦੀ ਹੈ, ਕੁਰਲਾਉਂਦੀ ਹੈ। ਹਾਰ ਹਮੇਲਾਂ ਬੁਰੀਆਂ ਲੱਗਣ, ਗਲਥੀ ਤੋੜ ਬਿਡਾਰੇ। ਹਾਰ ਹਮੇਲਾਂ ਜਿਹੜਾ ਇੱਕ ਸੁਹਾਗਣ ਦੇ ਗਹਿਣੇ ਸਨ, ਉਹ ਸਾਰੇ ਦੇ ਸਾਰੇ ਇਸ ਨੂੰ ਬੁਰੇ ਲੱਗਣੇ ਸ਼ੁਰੂ ਹੋ ਗਏ। ਜਿਸ ਦੀ ਪਹਿਚਾਣ ਹੁੰਦੀ ਹੈ ਇੱਕ ਸੁਹਾਗਣ ਦੀ, ਉਹ ਸਾਰੇ ਉਸ ਨੂੰ ਹੁਣ ਕੋਈ ਸਕੂਨ ਨਹੀਂ ਦਿੰਦੇ ਔਰ ਸਾਰਿਆਂ ਨੂੰ ਉਹ ਤੋੜ ਕੇ ਜਿਹੜੀ ਹੈ ਪਰਾਂ ਭਗਾ ਸੁੱਟਦੀ ਹੈ। ਅਗਰਾ ਲੀਟਾਂ ਦਿਸਣ ਵਿਸੀਰ ਕਾਲੇ, ਉਹ ਮਾਰਨ ਡੰਗ ਦੁਬਾਰੇ। ਅਗਰਾ ਜੀ ਦੱਸਦੇ ਨੇ, ਕਹਿੰਦੇ ਜਿਹੜੀ ਗਲਾਂ ਦੇ ਵਿੱਚ ਲਟਾਂ ਨੇ, ਬਾਲ ਨੇ ਕਾਲੀਆਂ, ਉਹ ਵੀ ਵਿਸ਼ੀਰ ਬਣ ਕੇ ਸੱਪ ਮਾਰ ਕੇ ਡੰਗ ਮਾਰਦੀਆਂ ਨੇ, ਸੱਪ ਬਣ ਜਾਂਦੀਆਂ ਨੇ ਉਸ ਦੇ ਲਈ। ਔਰ ਜਿਸ ਦੇ ਨਾਲ ਉਸ ਦੀ ਜਿਹੜੀ ਵੇਦਨਾ ਹੈ, ਕਰੁਣਾ ਹੋਰ ਵੱਧ ਜਾਂਦੀ ਹੈ। ਕਹਿੰਦਾ ਵਿੱਚ ਮਹਿਲਾਂ ਦੇ ਰਾਣੀ ਰੋਂਦੀ, ਇਸ ਭਰਤੇ ਦੇ ਹਾਵੇ। ਭਰਤਾ ਕਹਿੰਦੇ ਪਤੀ ਨੂੰ, ਹਾਵਾ ਕਹਿੰਦੇ ਵਿਛੋੜੇ ਨੂੰ, ਦਰਦ ਦੇ ਵਿੱਚ। ਮਹਿਲਾਂ ਦੇ ਵਿੱਚ ਜਿਹੜੀ ਹਕੀਕਤ ਰਾਏ ਦੀ ਪਤਨੀ ਰਾਣੀ ਆਪਣੇ ਪਤੀ ਹਕੀਕਤ ਰਾਏ ਦੇ ਵਿਛੋੜੇ ਦੇ ਵਿੱਚ ਰੋਂਦੀ ਹੈ। ਜਿਉਂ ਜਲ ਬਿਨ ਮਛਲੀ ਵਿਛੜ ਕੇ, ਉਹ ਤੜਪ ਤੜਪ ਮਰ ਜਾਵੇ। ਜਿਸ ਤਰੀਕੇ ਦੇ ਨਾਲ ਕਹਿੰਦਾ ਪਾਣੀ ਤੋਂ ਬਿਨਾ ਮਛਲੀ ਜਿਹੜੀ ਹੈ ਤੜਫ ਤੜਫ ਕਰਕੇ ਆਪਣੀ ਜਾਨ ਗਵਾ ਦਿੰਦੀ ਹੈ, ਉਹੀ ਹਾਲ ਅੱਜ ਹਕੀਕਤ ਰਾਏ ਜੀ ਦੀ ਪਤਨੀ ਦਾ ਹੋ ਰਿਹਾ ਹੈ। ਅੰਦਰ ਆਤਸ਼ ਭਾ ਲੱਗੀ, ਅੰਦਰ ਆਤਸ਼ ਭਾ ਲੱਗੀ, ਭਾ ਹੁੰਦਾ ਅੱਗ, ਅੰਦਰ ਜਿਹੜੀ ਆ ਵਿਛੋੜੇ ਦੀ ਅੱਗ ਉਸਨੂੰ ਸਾੜ ਰਹੀ ਹੈ। ਬਿਨ ਸਤਿਗੁਰ ਕੌਣ ਬੁਝਾਵੇ, ਕਹਿੰਦਾ ਉਸ ਪਰਮਾਤਮਾ ਤੋਂ ਬਿਨਾਂ ਇਸ ਅੱਗ ਨੂੰ ਕੋਈ ਵੀ ਬੁਝਾ ਨਹੀਂ ਸਕਦਾ। ਅਗਰਾ ਹੋਏ ਬਾਵਰੀ, ਹਾ ਕਰਦੀ ਲੈਂਦੀ ਥੰਮ ਕਲਾਵੇ। ਥੰਮ ਕਲਾਵੇ ਦਾ ਅਰਥ ਹੈ ਕਿ ਕਲਾਵਿਆਂ ਦੇ ਵਿੱਚ ਭਰਦੀ ਹੈ ਥੰਮੀਆਂ ਨੂੰ। ਕਿਉਂ ਦੁਹਾਈ ਦਿੰਦੀ ਹੈ, ਬਾਵਰੀਆਂ ਦੀ ਤਰ੍ਹਾਂ ਰੋਂਦੀ ਹੈ, ਕੁਰਲਾਉਂਦੀ ਹੈ। ਆਗਰਾ ਕਹਿੰਦਾ ਕਿ ਉਹ ਆਪਣੇ ਵਿਛੋੜੇ ਦਾ ਇਜ਼ਹਾਰ ਕਰਦੇ ਹੋਏ ਰੋਂਦੀ ਹੋਈ, ਕੂਕਦੇ ਹੋਈ ਮਹਿਲਾਂ ਦੇ ਥੰਮਾਂ ਦੇ ਗਲ ਨਾਲ ਲੱਗ ਕੇ ਰੋਂਦੀ ਹੈ। ਰੋਂਦੀ ਹੋਈ ਰਾਣੀ ਜਿਹੜੀ ਹੈ ਉਹ ਦਰਬਾਰ ਦੇ ਵਿੱਚ ਪਹੁੰਚ ਜਾਂਦੀ ਹੈ, ਕਾਜੀ ਦੇ ਸਾਹਮਣੇ, ਜਿਸ ਦੇ ਅੱਗੇ ਉਸ ਦਾ ਪਤੀ ਕੈਦਖਾਨੇ ਬੰਦ ਕੀਤਾ ਹੋਇਆ ਸੀਗਾ। ਰਾਣੀ ਆਖੇ ਕਾਜੀ ਨੂੰ, ਤੂੰ ਨਾ ਕਰ ਇਤਨਾ ਚੇੜਾ,
ਜਰ ਲੈ ਸਾਵੀਂ ਤੋਲ ਤੱਕੜੀ, ਛੱਡ ਦੇ ਭਰਤਾ ਮੇਰਾ। ਕਾਜੀ ਦੇ ਅੱਗੇ ਬੇਨਤੀ ਕਰਦੀ ਹੈ, ਫਰਿਆਦ ਕਰਦੀ ਹੈ ਰਾਣੀ ਜਾ ਕਰਕੇ, ਕਹਿੰਦੇ हे ਕਾਜੀ ਜੀ ਇਤਨਾ ਝੇੜਾ ਨਾ ਕਰੋ। ਝੇੜਾ ਭਾਵ ਜਿੱਦ ਨਾ ਕਰੋ, ਅੜੀ ਨਾ ਕਰੋ, ਆਪਣਾ ਸਖਤ ਰਵੱਈਓ ਨੂੰ ਨਰਮਾਈ ਦੇ ਵਿੱਚ ਲੈ ਕੇ ਆਓ। ਜਰ ਲੈ ਲਓ ਭਾਵੇਂ ਸਾਵੀਂ, ਜਰ ਕਹਿੰਦੇ ਨੇ ਦੌਲਤ, ਪੈਸਾ ਟਕਾ, ਸਾਵੀਂ ਲੈ ਲਓ ਤੱਕੜੀ ਦੇ ਵਿੱਚ ਤੋਲ ਕੇ। ਸਾਵੀਂ ਦਾ ਅਬ ਜਿਤਨਾ, ਜਿਵੇਂ ਅੱਜ ਵੀ ਕੋਈ ਆਂਦਾ ਕਿ ਕਿਸੇ ਦੇ ਬਰਾਬਰ ਲੱਡੂ ਤੋਲੇ ਗਏ, ਕਿਸੇ ਦੇ ਬਰਾਬਰ ਪੈਸੇ ਤੋਲੇ ਗਏ, ਪਰ ਬਰਾਬਰ ਨਹੀਂ, ਸਾਵੇਂ ਭਾਵ ਫਾਲਤੂ। ਕਹਿੰਦਾ ਮੈਂ ਆਪਣੇ ਪਤੀ ਦੇ ਬਰਾਬਰ ਨਹੀਂ, ਸਗੋਂ ਫਾਲਤੂ ਜਿੰਨੀ ਵੀ ਦੌਲਤ ਤੈਨੂੰ ਚਾਹੀਦੀ ਹੈ ਉਸ ਦੇ ਬਦਲੇ ਦੇ ਵਿੱਚ ਦੇ ਦਿੰਦੀ ਹੈ, ਪਰ ਮੇਰੇ ਪਤੀ ਨੂੰ ਜਿਹੜੇ ਰਿਹਾਈ ਬਖਸ਼ਿਸ਼ ਕਰ ਦੇ। ਜਿਤ ਦਿਨ ਮੁੱਲਾਂ ਕਾਜੀ ਹੋਸੀ, ਕਰਸੀ ਅਜਲ ਨਵੇੜਾ। ਮੈਂ ਵੀ ਹੋਏ ਹਜੂਰ ਰੱਬ ਦੇ, ਦਾਮਨ ਫੜਸਾਂ ਤੇਰਾ। ਕਹਿੰਦਾ ਤੂੰ ਕੇਵਲ ਇੱਥੇ ਦੁਨੀਆ ਦੇ ਵਿੱਚ ਇਨਸਾਫ ਕਰਨਾ। ਇਹ ਕਾਜੀ ਤੇਰੀ ਡਿਊਟੀ ਉਸ ਪਰਮਾਤਮਾ ਨੇ ਇਸ ਦੁਨੀਆ ਦੇ ਵਿੱਚ ਫੈਸਲੇ ਕਰਨ ਲਈ ਹੈ, ਪਰ ਜਦੋਂ ਤੂੰ ਖੁਦ ਇਨਸਾਫ ਪ੍ਰਾਪਤੀ ਦੇ ਲਈ ਉਸ ਦੀ ਦਰਗਾਹ ਦੇ ਵਿੱਚ ਪੇਸ਼ ਹੋਏਗਾ ਔਰ ਤੇਰਾ ਫੈਸਲਾ ਉਹ ਪਰਮਾਤਮਾ ਕਾਜੀ ਬਣ ਕੇ ਕਰੇਗਾ, ਮੈਂ ਉਸ ਵੇਲੇ ਉਸ ਦੇ ਹਜ਼ੂਰ, ਉਸ ਦੇ ਸਾਹਮਣੇ ਤੇਰੇ ਪੱਖ ਦੇ ਵਿੱਚ ਖੜੀ ਹੋकर ਕੇ ਗਵਾਹੀ ਦੇਵਾਂਗੀ। ਕਾਜੀ ਆਖੇ ਸੁਣ ਬੀਬੀ, ਮੈਂ ਸ਼ਰਾਂ ਦਾ ਹੁਕਮ ਮਨੇਸਾਂ। ਕਾਜੀ ਆਖਦਾ ਹਕੀਕਤ ਰਾਏ ਜੀ ਦੀ ਪਤਨੀ ਨੂੰ, ਕਹਿੰਦਾ ਬੀਬੀ ਜੀ ਮੇਰੀ ਗੱਲ ਸੁਣ, ਮੈਂ ਇੱਥੇ ਸ਼ਰਾਂ ਨੂੰ ਮੰਨਦਾ ਹਾਂ, ਭਾਵ ਮੇਰਾ ਇਸਲਾਮ ਜਿਹੜਾ ਹੈ ਉਹ ਮੈਨੂੰ ਜਾਨ ਤੋਂ ਪਿਆਰਾ, ਇਸ ਦਾ ਪ੍ਰਚਾਰ ਪ੍ਰਸਾਰ ਕਰਨਾ ਹੀ ਮੇਰੀ ਡਿਊਟੀ ਹੈ। ਜਿਹੜਾ ਇਸ ਦੇ ਖਿਲਾਫ ਬੋਲਦਾ ਉਸ ਨੂੰ ਸਜ਼ਾ ਦਿਵਾਣੀ ਮੇਰੀ ਡਿਊਟੀ ਹੈ, ਧਰਮ ਹੈ, ਫਰਜ਼ ਹੈ। ਪੜ ਪੜ ਇਲਮ ਕਿਤਾਬਾਂ ਵਾਲਾ, ਜੱਗ ਵਿੱਚ ਨਸਰ ਕਰੇ ਸਾਂ। ਕਹਿੰਦਾ ਜੋ ਵੀ ਮੈਂ ਇਸ ਧਰਮ ਦੀ ਕਿਤਾਬਾਂ ਗਿਆਨ ਇਕੱਠਾ ਕਰਦਾ ਹਾਂ, ਪੜ੍ਹਦਾ ਹਾਂ, ਅਰਜਤ ਕਰਦਾ ਹਾਂ, ਉਹ ਮੈਂ ਪੂਰੇ ਸੰਸਾਰ ਦੇ ਵਿੱਚ ਧਰਮ ਦੇ ਪ੍ਰਚਾਰ ਹਿੱਤ ਹੀ ਫੈਲਾਉਂਦਾ ਹਾਂ। ਭਾਵ ਮੇਰੀ ਡਿਊਟੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੀ ਹੈ। ਜੋ ਸ਼ਰਾਂ ਦੀ ਹਿਣਤ ਕਰਦੇ, ਤਿਨਾਂ ਤਸੀਹਾਂ ਦੇਸਾਂ ਤਬੀਹਾਂ। ਕਹਿੰਦਾ ਜੋ ਸ਼ਰਾਂ ਦੀ ਹੀਣਤ ਕਰਦੇ ਨੇ, ਸ਼ਰਾਂ ਭਾਵ ਇਸਲਾਮ ਧਰਮ ਦੇ ਨਿਯਮਾਂ ਦੀ ਨਿਖੇਧੀ ਕਰਦੇ ਹਨ, ਉਹਨਾਂ ਨੂੰ ਸਜ਼ਾ ਦੇਣਾ, ਸਜ਼ਾ ਦਿਵਾਣਾ ਮੇਰਾ ਆਪਣਾ ਇਖਲਾਕੀ ਫਰਜ਼ ਹੈ। ਬੀਬੀ ਰਿਸ਼ਵਤ ਲੈ ਕੇ ਸਰਾਂ ਨਾ ਮੰਨੇ, ਸ਼ਰਮਿੰਦਾ ਹੋਵੇ ਸਾਂ। ਬੀਬੀ ਜੀ ਜਿਹੜੀ ਤੁਸੀਂ ਮੈਨੂੰ ਰਿਸ਼ਵਤ ਦੇਣ ਦੀ ਗੱਲ ਕਰਦੇ ਹੋ, ਉਹ ਮੈਂ ਰਿਸ਼ਵਤ ਤੇਰੀ ਕਬੂਲ ਨਹੀਂ ਕਰਦਾ। ਜੇ ਮੈਂ ਤੇਰੇ ਕੋਲੋਂ ਰਿਸ਼ਵਤ ਲੈਂਦਾ ਹਾਂ ਤਾਂ ਮੈਂ ਉਸ ਦੇ ਦਰਬਾਰ ਦੇ ਵਿੱਚ ਸ਼ਰਮਿੰਦਾ ਨਹੀਂ ਹੋਣਾ ਚਾਹੁੰਦਾ, ਭਾਵ ਮੈਨੂੰ ਤੇਰੀ ਰਿਸ਼ਵਤ ਦੀ ਲੋੜ ਨਹੀਂ ਹੈ। ਸ਼ਰਮਿੰਦੇ ਸੇ ਥੀਵਣ ਕਾਜੀ, ਮਰਨ ਬੇ ਤਕਸੀਰਾਂ। ਕਲਬੂਤ ਰੱਬ ਦਾ ਜੇ ਕੋਈ ਭੰਨੇ, ਅੱਗੇ ਲੈਂਗ ਤਜ਼ੀਰਾਂ। ਇਸ ਮੌਤ ਨੇ ਸਭ ਖਪਾਏ, ਸ਼ਾਹਾਂ ਪੀਰ ਫਕੀਰਾਂ। ਪਰ ਜਿਤ ਦਿਨ ਮੌਲਾ ਕਾਜੀ ਹੋਸੀ, ਪੁੱਛਣ ਸਭ ਤਕਸੀਰਾਂ। ਹੁਣ ਜਿਹੜੀ ਹਕੀਕਤ ਰਾਏ ਦੀ ਪਤਨੀ ਹੈ, ਉਹ ਕਾਜੀ ਦੇ ਨਾਲ ਸਵਾਲ ਜਵਾਬ ਸੰਵਾਦ ਦੇ ਵਿੱਚ ਅੱਗੇ ਗੱਲ ਕਰਦੀ ਹੈ। ਕਹਿੰਦਾ ਇਹ ਕਾਜੀ ਜੀ, ਇਸ ਰਿਸ਼ਵਤ ਦੇ ਵਿੱਚ ਸ਼ਰਮਿੰਦਗੀ ਨਾਲੋਂ ਜਿਹੜੀ ਸ਼ਰਮਿੰਦਗੀ ਹੈ ਉਹ ਸਭ ਤੋਂ ਬੜੀ ਤਦ ਹੋਏਗੀ ਜਦੋਂ ਤੂੰ ਇਸ ਕਿਸੇ ਬੇਤਕਸੀਰ ਭਾਵ ਜਿਸਨੇ ਕੋਈ ਗੁਨਾਹ ਨਹੀਂ ਕੀਤਾ, ਅਜਿਹੇ ਲੋਕਾਂ ਨੂੰ ਜਦੋਂ ਤੂੰ ਸਜ਼ਾ ਦਿੰਦਾ ਹੈ, ਉਹ ਸਭ ਤੋਂ ਜ਼ਿਆਦਾ ਜਿਹੜਾ ਸ਼ਰਮਿੰਦਗੀ ਉਸ ਦੀ ਹੈ ਜਿਹੜੀ ਤੂੰ ਨਿਰਦੋਸ਼ਾਂ ਨੂੰ ਮਾਰਦਾ ਹੈ। ਰਿਸ਼ਵਤ ਨਹੀਂ, ਇਹ ਸ਼ਰਮਿੰਦਗੀ ਮਹਿਸੂਸ ਕਰ ਜਿਹੜਾ ਤੂੰ ਨਿਰਦੋਸ਼ਾਂ ਨੂੰ ਸਜ਼ਾ ਦੇਣ ਤੇ ਤੁਲਿਆ ਹੋਇਆ ਹੈ। ਜਿਹੜਾ ਕਹਿੰਦਾ ਵਿਅਕਤੀ, ਜਿਹੜਾ ਇਨਸਾਨ, ਜਿਹੜਾ ਮਨੁੱਖ ਉਸ ਰੱਬ ਦੀ ਬਣਾਈ ਹੋਈ ਕਲਬੂਤ ਨੂੰ ਭਾਵ ਇੱਕ ਇਨਸਾਨ ਨੂੰ ਆਪਣੇ ਹੱਥਾਂ ਤੋਂ ਭੰਨਣ ਦੀ ਕੋਸ਼ਿਸ਼ ਕਰਦਾ ਹੈ, ਉਸ ਤੋਂ ਬੜਾ ਜਿਹੜਾ ਫਿਰ ਕੋਈ ਵੀ, ਉਸ ਤੋਂ ਬੜਾ ਕੋਈ ਵੀ ਦੋਖੀ ਹੋਰ ਨਹੀਂ ਹੋ ਸਕਦਾ। ਉਸ ਨੂੰ ਰੱਬ ਦਾ ਜਿਹੜਾ ਇਨਸਾਫ ਹੈ ਉਹ ਭੁਗਤਣ ਦੇ ਲਈ ਤਿਆਰ ਰਹਿਣਾ ਪਏਗਾ। ਇਸ ਮੌਤ ਨੇ ਸਭ ਖਪਾਏ, ਸ਼ਾਹਾਂ ਪੀਰ ਫਕੀਰਾਂ। ਇਸ ਮੌਤ, ਅੱਜ ਤੇਰੇ ਆਦੇਸ਼ ਦੇ ਨਾਲ ਮੇਰੇ ਪਤੀ ਦੀ ਮੌਤ ਹੋਏਗੀ, ਪਰ ਯਾਦ ਰੱਖ ਕਾਜੀ, ਇਸ ਮੌਤ ਦੇ ਕੋਲੋਂ ਕੋਈ ਵੀ
नहीं बच सकता। कोई शाह है, फकीर है, पीर है, ये जिहड़ी मौत है हर एक इंसान के सिर ते खड़ी है, इस तो कोई भी दूर नहीं जा सकता। पर जित दिन मौला काजी होसी पूछण सब तकसीरां। कहता हे काजी, फिर मेरी गल नूं ध्यान दे नाल सुन। जिस दिन वो परमात्मा खुद काजी बन के, मुला बन के फैसले करेगा ना जीवन दे, फिर वो सारा तेरा जिहड़ा कसूर है उसने पूछना है तेथों, फिर तेरे कोले उसका कोई जवाब नहीं हो सकता। अगली जिहड़ी व्याख्या है वो असीं अगले लैक्चर दे विच करांगे। बहुत बहुत धन्यवाद।